ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਇਹ ਕੀ ਹੈ ਮਾਂ, ਜਦੋਂ ਤੋਂ ਮੈਂ ਆਪਣੇ ਪੇਕੇ ਘਰ ਆਈ ਹਾਂ ਮੈਂ ਦੇਖ ਰਹੀ ਹਾਂ ਕਿ ਤੁਸੀਂ ਘਰ ਦੇ ਕੰਮਾਂ ਵਿੱਚ ਹੀ ਰੁੱਝੇ ਹੋਏ ਹੋ। ਤੁਹਾਡਾ ਆਪਣੀ ਧੀ ਕੋਲ ਕੁਝ ਮਿੰਟ ਬੈਠਣ ਦਾ ਸਮਾਂ ਵੀ ਨਹੀਂ ਹੈ ਕਿ ਮੈਂ ਰੋਜ਼-ਰੋਜ਼ ਤੁਹਾਡੇ ਕੋਲ ਆਉਂਦੀ ਹਾਂ। ਤੇਰੇ ਦੋਤੇ ਦੋਤੀਆਂ ਤੈਨੂੰ ਮਿਲਣ ਲਈ ਉਤਾਵਲੇ ਸਨ। ਉਹ ਕਹਿ ਰਹੇ ਸਨ ਕਿ ਆਪਣੀ ਨਾਨੀ ਘਰ ਜਾ ਕੇ ਆਪਣੀ ਨਾਨੀ ਨਾਲ ਖੂਬ ਮਸਤੀ ਕਰਾਂਗੇ, ਪਰ ਤੁਹਾਡੇ ਕੋਲ ਮੇਰੇ ਕੋਲ ਬੈਠਣ ਦਾ ਸਮਾਂ ਹੀ ਨਹੀਂ ਹੈ। ਮਾਂ, ਹੁਣ ਤੇਰਾ ਆਰਾਮ ਕਰਨ ਦਾ ਸਮਾਂ ਹੈ। ਇਸ ਉਮਰ ਵਿੱਚ ਇੰਨਾ ਕੰਮ ਕਰਨਾ ਸਰੀਰ ਲਈ ਠੀਕ ਨਹੀਂ ਹੈ। ਵੈਸੇ ਵੀ ਤੂੰ ਸਾਰੀ ਉਮਰ ਕੰਮ ਕੀਤਾ ਹੈ, ਹੁਣ ਥੋੜਾ ਆਰਾਮ ਕਰ ਲੈ, ਸਿੰਮੀ ਆਪਣੀ ਮਾਂ ਅਮਰੋ ਨੂੰ ਕਹਿੰਦੀ ਹੈ। ਅਮਰੋ ਨੇ ਆਸੇ-ਪਾਸੇ ਨਿਗਾਹ ਮਾਰ ਕੇ ਪੁੱਛਿਆ, ਤੇਰੀ ਭਾਬੀ ਨੀਤੂ ਕਿੱਥੇ ਹੈ? ਹੁਣੇ ਥੋੜੀ ਦੇਰ ਪਹਿਲਾਂ ਤਾਂ ਰਸੋਈ ਵਿੱਚ ਸੀ। ਤੂੰ ਤਾਂ ਜਾਣਦੀ ਹੈ, ਜੇ ਨੀਤੂ ਨੇ ਸੁਣ ਲਿਆ ਤਾਂ ਪਰੇਸ਼ਾਨੀ ਹੋ ਜਾਵੇਗੀ। ਵੈਸੇ ਵੀ ਉਸਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਕਰਨ ਦੀ ਆਦਤ ਹੈ, ਇਸ ਲਈ ਤੂੰ ਚੁੱਪ ਹੀ ਰਹਿ। ਮਾਂ, ਨੀਤੂ ਭਾਬੀ ਛੱਤ ਤੇ ਕੱਪੜੇ ਸੁਕਾਉਣ ਗਈ ਹੈ, ਇਸੇ ਲਈ ਮੈਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਰਹੀ ਹਾਂ। ਮੈਨੂੰ ਪਤਾ ਹੈ ਕਿ ਜੇ ਉਸਨੇ ਆਪਾਂ ਨੂੰ ਗੱਲਾਂ ਕਰਦਿਆਂ ਸੁਣ ਲਿਆ ਤਾਂ ਗੁੱਸੇ ਹੋ ਜਾਵੇਗੀ। ਮੈਂ ਜਾਣਦੀ ਹਾਂ ਕਿ ਤੁਸੀਂ ਤੇ ਭਾਬੀ ਘਰ ਦੇ ਸਾਰੇ ਕੰਮ ਮਿਲ ਕੇ ਕਰਦੀਆਂ ਹੋ, ਪਰ ਅੱਜ ਤਾਂ ਮੈਂ ਆਈ ਹਾਂ, ਤੁਸੀਂ ਮੇਰੇ ਕੋਲ ਥੋੜੀ ਦੇਰ ਬੈਠ ਨਹੀਂ ਸਕਦੀਆਂ? ਮੈਂ ਚਾਹੁੰਦੀ ਹਾਂ ਤੁਸੀਂ ਦੋਵੇਂ ਮੇਰੇ ਨਾਲ ਥੋੜੀ ਦੇਰ ਬੈਠ ਕੇ ਗੱਲਾਂ ਕਰੋ, ਪਰ ਜਦੋਂ ਵੀ ਮੈਂ ਆਉਂਦੀ ਹਾਂ ਭਾਬੀ ਮੇਰੇ ਕੋਲ ਨਹੀਂ ਬੈਠਦੀ। ਸ਼ਾਇਦ ਉਸਨੂੰ ਮੇਰਾ ਇੱਥੇ ਆਉਣਾ ਪਸੰਦ ਨਹੀਂ ਹੈ। ਵੈਸੇ ਵੀ ਸ਼ਾਮ ਨੂੰ ਮੈਂ ਵਾਪਸ ਚਲੀ ਜਾਣਾ, ਫਿਰ ਪਤਾ ਨਹੀਂ ਕਦੋਂ ਆਵਾਂਗੀ। ਸਿੰਮੀ 6 ਮਹੀਨਿਆਂ ਬਾਅਦ ਆਪਣੇ ਬੱਚਿਆਂ ਨਾਲ ਪੇਕੇ ਆਈ ਸੀ। ਅੱਜ ਬੱਚਿਆਂ ਨੇ ਜਿੱਦ ਕੀਤੀ ਕਿ ਉਹਨਾਂ ਨੇ ਆਪਣੀ ਨਾਨੀ ਦੇ ਘਰ ਜਾਣਾ ਹੈ, ਇਸ ਲਈ ਸਿੰਮੀ ਬੱਚਿਆਂ ਨੂੰ ਮਨਾ ਨਹੀਂ ਕਰ ਸਕੀ। ਦਰਅਸਲ ਸਿੰਮੀ ਨੇ ਜਾਣਬੁੱਝ ਕੇ ਆਪਣੇ ਪੇਕੇ ਘਰ ਜਾਣਾ ਘੱਟ ਕਰ ਦਿੱਤਾ ਸੀ। ਸਿੰਮੀ ਜਦੋਂ ਵੀ ਆਪਣੇ ਪੇਕੇ ਘਰ ਆਉਂਦੀ ਤਾਂ ਉਸਦੀ ਮਾਂ ਸਾਰਾ ਦਿਨ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਰਹਿੰਦੀ ਸੀ। ਉਹ ਜਾਣਦੀ ਸੀ ਕਿ ਉਸਦੀ ਮਾਂ ਦੀਆਂ ਬੁੱਢੀਆਂ ਹੱਡੀਆਂ ਵਿੱਚ ਹੁਣ ਪਹਿਲਾਂ ਵਰਗੀ ਤਾਕਤ ਨਹੀਂ ਰਹੀ। ਉਹ ਆਪਣੀ ਮਾਂ ਨੂੰ ਸਾਰਾ ਦਿਨ ਲਗਾਤਾਰ ਕੰਮ ਕਰਦੀ ਦੇਖ ਕੇ ਉਦਾਸ ਸੀ, ਜਦੋਂ ਕਿ ਸਿੰਮੀ ਖੁਦ ਆਪਣੀ ਸੱਸ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਸੀ। ਆਪਣੇ ਆਪ ਵਿੱਚ ਰਹਿਣ ਵਾਲੀ ਨੀਤੂ ਭਾਬੀ ਨੂੰ ਤਾਂ ਘਰ ਦੇ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਤੇ ਨਾ ਹੀ ਆਪਣੀ ਸੱਸ ਤੇ ਨਨਾਣ ਨਾਲ ਗੱਲਾਂ ਕਰਨ ਵਿੱਚ। ਇਸੇ ਕਰਕੇ ਸਿੰਮੀ ਨੇ ਆਪਣੇ ਪੇਕੇ ਘਰ ਆਉਣਾ ਜਾਣਾ ਘੱਟ ਕਰ ਦਿੱਤਾ ਸੀ। ਸਿੰਮੀ ਦੇ 2 ਬੱਚੇ ਸੋਨੂ ਤੇ ਸੀਰਤ ਆਪਣੀ ਨਾਨੀ ਦੇ ਘਰ ਆ ਕੇ ਬਹੁਤ ਖੁਸ਼ ਸਨ। ਉਹ ਦੋਵੇਂ ਆਪਣੇ ਮਾਮਾ ਮਾਮੀ ਦੇ ਕਮਰੇ ਵਿੱਚ ਟੀਵੀ ਦੇਖ ਰਹੇ ਸੀ। ਸੋਨੂ ਨੇ ਉੱਚੀ-ਉੱਚੀ ਰੋਣ ਦੀ ਆਵਾਜ਼ ਆਈ ਤਾਂ ਸਿੰਮੀ ਭੱਜ ਕੇ ਗਈ ਤਾਂ ਉਸਨੇ ਦੇਖਿਆ ਸੋਨੂ ਦੀ ਲੱਤ 'ਚੋਂ ਖੂਨ ਨਿਕਲ ਰਿਹਾ ਸੀ। ਸਿੰਮੀ ਨੇ ਫਟਾਫਟ ਖੂਨ ਸਾਫ਼ ਕੀਤਾ ਤੇ ਸੋਨੂ ਨੂੰ ਪੱਟੀ ਬੰਨ੍ਹ ਦਿੱਤੀ। ਸੋਨੂ ਨੂੰ ਸੱਟ ਬੈੱਡ ਤੇ ਪਏ ਚਾਕੂ ਨਾਲ ਲੱਗੀ ਸੀ। ਸਿੰਮੀ ਨੇ ਕਿਹਾ, ਭਾਬੀ ਬੈੱਡ ਤੇ ਚਾਕੂ ਕੌਣ ਰੱਖਦਾ ਹੈ? ਹਜੇ ਤਾਂ ਚਾਕੂ ਲੱਤ ਤੇ ਵੱਜਾ ਹੈ, ਸੋਚੋ ਜੇ ਕਿਤੇ ਹੋਰ ਵੱਜ ਜਾਂਦਾ ਤਾਂ ਕੀ ਹੋਣਾ ਸੀ? ਨੀਤੂ ਨੇ ਕਿਹਾ, ਦੀਦੀ ਮੇਰੇ ਕੋਲੋਂ ਚਾਕੂ ਬੈੱਡ ਤੇ ਰਹਿ ਗਿਆ ਸੀ, ਮੈਂ ਸਵੇਰੇ ਇੱਥੇ ਫਲ ਕੱਟਣ ਬੈਠੀ ਸੀ। ਸਿੰਮੀ ਨੇ ਕਿਹਾ, ਭਾਬੀ ਤੁਹਾਡਾ ਕਮਰਾ ਹਮੇਸ਼ਾ ਗੰਦਾ ਰਹਿੰਦਾ ਹੈ, ਤੁਸੀਂ ਕਦੇ-ਕਦਾਈ ਤਾਂ ਆਪਣਾ ਕਮਰਾ ਸਾਫ਼ ਕਰ ਲਿਆ ਕਰੋ। ਕਮਰੇ ਨੂੰ ਹਮੇਸ਼ਾ ਇਸ ਤਰ੍ਹਾਂ ਖਿਲਾਰ ਕੇ ਰੱਖਣਾ ਚੰਗੀ ਗੱਲ ਨਹੀਂ ਹੈ। ਜਿਵੇਂ ਹੀ ਸਿੰਮੀ ਨੇ ਇਹ ਕਿਹਾ ਤਾਂ ਨੀਤੂ ਭਾਬੀ ਨੂੰ ਗੁੱਸਾ ਆ ਗਿਆ ਤਾਂ ਉਸਨੇ ਕਿਹਾ, ਦੀਦੀ ਕਹਿਣਾ ਬਹੁਤ ਆਸਾਨ ਹੁੰਦਾ ਹੈ, ਜੋ ਕੰਮ ਕਰਦਾ ਹੈ ਉਹ ਹੀ ਜਾਣਦਾ ਹੈ ਕਿ ਘਰ ਵਿੱਚ ਕਿੰਨਾ ਕੰਮ ਹੈ। ਖਾਣਾ ਪਕਾਉਣਾ, ਬੱਚਿਆਂ ਨੂੰ ਸਕੂਲ ਤੋਂ ਲਿਆਉਣਾ ਤੇ ਛੱਡ ਕੇ ਆਉਣਾ, ਉੱਤੋਂ ਨੌਕਰਾਣੀ ਵੀ 1 ਮਹੀਨੇ ਦੀ ਛੁੱਟੀ ਲੈ ਕੇ ਪਿੰਡ ਗਈ ਹੋਈ ਹੈ, ਇਸ ਲਈ ਝਾੜੂ ਪੋਚਾ ਤੇ ਭਾਂਡੇ ਵੀ ਧੋਣੇ ਪੈਂਦੇ ਹਨ। ਕੋਈ ਇਹ ਕਿਉਂ ਨਹੀਂ ਦੇਖਦਾ ਕਿ ਮੈਂ ਇਕੱਲੀ ਕਿੰਨਾ ਕੰਮ ਕਰਦੀ ਹਾਂ? ਇਹ ਸੁਣ ਕੇ ਅਮਰੋ ਨੇ ਕਿਹਾ, ਨੋ ਤੂੰ ਸਭ ਦੇ ਸਾਹਮਣੇ ਇਹ ਜਤਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਤੂੰ ਇਕੱਲੀ ਘਰ ਦਾ ਸਾਰਾ ਕੰਮ ਕਰਦੀ ਹੈ, ਜਦ ਕਿ ਮੈਂ ਤੇਰੇ ਨਾਲ ਬਰਾਬਰ ਕੰਮ ਕਰਵਾਉਂਦੀ ਹਾਂ। ਨੀਤੂ ਨੇ ਕਿਹਾ, ਮਾਂ ਤੁਸੀਂ ਕਿਹੜਾ ਵੱਡਾ ਕੰਮ ਕਰਦੇ ਹੋ? ਜੇ ਤੁਸੀਂ ਘਰ ਵਿੱਚ ਰਹਿਣਾ ਤੇ ਰੋਟੀ ਖਾਣੀ ਹੈ ਤਾਂ ਤੁਹਾਨੂੰ ਕੰਮ ਤਾਂ ਕਰਨਾ ਹੀ ਪਏਗਾ। ਭਲਾ ਬਿਨਾਂ ਕੰਮ ਕੀਤੇ ਬੈਠ ਕੇ ਖਾਣਾ ਚੰਗਾ ਲੱਗਦਾ ਹੈ? ਨੀਤੂ ਨੂੰ ਇਸ ਤਰ੍ਹਾਂ ਆਪਣੀ ਮਾਂ ਨਾਲ ਗੱਲ ਕਰਦੇ ਦੇਖ ਸਿੰਮੀ ਨੂੰ ਬਹੁਤ ਬੁਰਾ ਲੱਗਾ। ਸਿੰਮੀ ਨੇ ਕਿਹਾ, ਭਾਬੀ ਮਾਂ ਨਾਲ ਗੱਲ ਕਰਨ ਦਾ ਇਹ ਕੋਈ ਤਰੀਕਾ ਨਹੀਂ ਹੈ। ਮੈਂ ਬਚਪਨ ਤੋਂ ਹੀ ਆਪਣੀ ਮਾਂ ਨੂੰ ਕੰਮ ਕਰਦੀ ਵੇਖਦੀ ਆ ਰਹੀ ਹਾਂ ਤੇ ਹੁਣ ਇਸ ਬੁਢਾਪੇ ਵਿੱਚ ਵੀ ਮੈਂ ਉਸਨੂੰ ਕੰਮ ਕਰਦੀ ਵੇਖਦੀ ਹਾਂ। ਤੁਹਾਡੇ ਬੱਚਿਆਂ ਨੂੰ ਤਿਆਰ ਕਰਨ ਤੋਂ ਲੈ ਕੇ ਘਰ ਦੇ ਸਾਰੇ ਕੰਮ ਮਾਂ ਕਰਦੀ ਹੈ, ਫਿਰ ਵੀ ਤੁਸੀਂ ਮਾਂ ਨੂੰ ਤਾਨੇ ਮਾਰਨ ਦਾ ਕੋਈ ਮੌਕਾ ਨਹੀਂ ਛੱਡਦੇ। ਮੈਂ ਆਪਣੀ ਮਾਂ ਦਾ ਇਸ ਤਰ੍ਹਾਂ ਵਾਰ-ਵਾਰ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੀ। ਤੁਸੀਂ ਕਦੇ ਵੀ ਸਵੇਰੇ 8 ਵਜੇ ਤੋਂ ਪਹਿਲਾਂ ਨਹੀਂ ਉੱਠਦੇ, ਜਦ ਕਿ ਮਾਂ ਘਰ ਦੇ ਕੰਮ ਸ਼ੁਰੂ ਕਰਨ ਲਈ ਸਵੇਰੇ 6 ਵਜੇ ਉੱਠਦੀ ਹੈ। ਉਹ ਸਵੇਰੇ ਪਾਣੀ ਭਰਦੀ ਹੈ ਤੇ ਫਿਰ ਸਾਰਿਆਂ ਲਈ ਚਾਹ ਤੇ ਨਾਸ਼ਤਾ ਤਿਆਰ ਕਰਦੀ ਹੈ।
ਦੱਸੋ ਤੁਹਾਨੂੰ ਉੱਠ ਕੇ ਕਿਹੜਾ ਕੰਮ ਕਰਨਾ ਪੈਂਦਾ ਹੈ। ਨੌਕਰਾਣੀ ਤਾਂ ਹੁਣ ਹੀ ਛੁੱਟੀ ਲੈ ਕੇ ਗਈ ਹੈ, ਹਾਲਾਂਕਿ ਉਹ ਹਮੇਸ਼ਾ ਇੱਥੇ ਹੁੰਦੀ ਹੈ। ਤੁਸੀਂ ਕੰਮ ਕਰਨ ਵਿੱਚ ਆਲਸੀ ਹੋ, ਇਸੇ ਲਈ ਤੁਸੀਂ ਆਪਣਾ ਕਮਰਾ ਵੀ ਨਹੀਂ ਠੀਕ ਕਰ ਸਕਦੇ। ਉਲਟਾ ਸਭ ਨੂੰ ਕਹਿੰਦੇ ਹੋ ਮੈਂ ਸਾਰਾ ਦਿਨ ਕੰਮ ਕਰਦੀ ਹਾਂ। ਇੱਕ ਮਾਂ ਹੈ ਜੋ ਕਦੇ ਵੀ ਬਾਹਰ ਤੁਹਾਡੀ ਬੁਰਾਈ ਨਹੀਂ ਕਰਦੀ ਹੈ। ਉਹ ਕਦੇ ਕਿਸੇ ਨੂੰ ਇਹ ਨਹੀਂ ਦੱਸਦੀ ਕਿ ਉਹ ਘਰ ਦਾ ਕਿੰਨਾ ਕੰਮ ਕਰਦੀ ਹੈ। ਤੁਸੀਂ ਸਵੇਰੇ ਦੇਰ ਨਾਲ ਉੱਠਦੇ ਹੋ ਤੇ ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਵਾਪਸ ਚਲੇ ਜਾਂਦੇ ਹੋ ਤੇ 3 ਘੰਟੇ ਸੌਂਦੇ ਹੋ। ਪਰ ਮੇਰੀ ਮਾਂ ਨੇ ਕਦੇ ਕਿਸੇ ਨੂੰ ਨਹੀਂ ਦੱਸਿਆ। ਪਰ ਤੁਸੀਂ ਕਹਿੰਦੇ ਹੋ ਜੇ ਇਸ ਘਰ ਵਿੱਚ ਰਹਿਣਾ ਹੈ ਤਾਂ ਕੰਮ ਕਰਨਾ ਪਏਗਾ। ਇਹ ਘਰ ਜਿੰਨਾ ਤੁਹਾਡਾ ਹੈ ਉਨਾ ਹੀ ਮੇਰੀ ਮਾਂ ਦਾ ਹੈ। ਮੈਂ ਕਈ ਸੱਸਾਂ ਨੂੰ ਦੇਖਿਆ ਹੈ ਜੋ ਸਾਰਾ ਦਿਨ ਆਰਾਮ ਕਰਦੀਆਂ ਹਨ ਤੇ ਉਹਨਾਂ ਦੀਆਂ ਨੂੰਹਾਂ ਘਰ ਦਾ ਸਾਰਾ ਕੰਮ ਇਕੱਲੀਆਂ ਕਰਦੀਆਂ ਹਨ, ਪਰ ਫਿਰ ਵੀ ਕਦੇ ਸ਼ਿਕਾਇਤ ਨਹੀਂ ਕਰਦੀਆਂ, ਕਿਉਂਕਿ ਉਹ ਜਾਣਦੀਆਂ ਹਨ ਕਿ ਉਸ ਦੀ ਸੱਸ ਨੇ ਆਪਣੀ ਉਮਰ ਵਿੱਚ ਬਹੁਤ ਕੰਮ ਕੀਤਾ ਹੈ। ਹੁਣ ਘਰ ਦੀ ਜ਼ਿੰਮੇਵਾਰੀ ਉਸ ਦੀ ਹੈ। ਪਰ ਤੁਹਾਡੇ ਵਿਆਹ ਤੋਂ ਬਾਅਦ ਮਾਂ ਨੇ ਕਦੇ ਵੀ ਘਰ ਦੀ ਸਾਰੀ ਜ਼ਿੰਮੇਵਾਰੀ ਤੈਨੂੰ ਕੱਲੀ ਨੂੰ ਨਹੀਂ ਸੌਂਪੀ। ਉਸਨੇ ਘਰ ਦੇ ਕੰਮਾਂ ਵਿੱਚ ਹਮੇਸ਼ਾ ਤੁਹਾਡੀ ਬਰਾਬਰ ਮਦਦ ਕੀਤੀ ਤੇ ਕਦੇ ਵੀ ਤੁਹਾਡੇ ਤਰ੍ਹਾਂ ਕੰਮਾਂ ਦੀ ਗਿਣਤੀ ਕਰਕੇ ਨਹੀਂ ਦੱਸਿਆ। ਮਾਂ ਕਹਿੰਦੀ ਹੈ ਕੰਮ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਪਰ ਕਈ ਵਾਰ ਥੱਕ ਤਾਂ ਉਹ ਵੀ ਜਾਂਦੀ ਹੈ ਪਰ ਦੱਸਦੀ ਨਹੀਂ। ਨੀਤੂ ਨੇ ਗੁੱਸੇ ਨਾਲ ਕਿਹਾ, ਚੁੱਪ ਕਰ ਦੀਦੀ, ਤੁਹਾਨੂੰ ਸਾਡੇ ਨੂੰਹ ਸੱਸ ਦੇ ਮਾਮਲੇ 'ਚ ਨਹੀਂ ਬੋਲਣਾ ਚਾਹੀਦਾ। ਤੁਸੀਂ ਆਪਣਾ ਘਰ ਸੰਭਾਲੋ, ਪੇਕੇ ਘਰ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਹੈ। ਸਿੰਮੀ ਨੂੰ ਆਪਣੀ ਭਾਬੀ ਤੋਂ ਅਜਿਹਾ ਵਿਵਹਾਰ ਦੀ ਉਮੀਦ ਨਹੀਂ ਸੀ। ਉਹ ਆਪਣੀ ਮਾਂ ਲਈ ਬੋਲੇ ਗਏ ਸ਼ਬਦ ਬਰਦਾਸ਼ਤ ਨਹੀਂ ਕਰ ਸਕਦੀ ਸੀ, ਇਸ ਲਈ ਉਸ ਨੂੰ ਬੋਲਣਾ ਪਿਆ। ਸਿੰਮੀ ਤਾਂ ਆਪਣੀ ਭਾਬੀ ਨੂੰ ਇਹ ਸਮਝਾਉਣਾ ਚਾਹੁੰਦੀ ਸੀ ਕਿ ਬੁਢਾਪੇ ਵਿੱਚ ਵੀ ਮਾਂ ਕਿੰਨਾ ਕੰਮ ਕਰਦੀ ਹੈ। ਸਿੰਮੀ ਭਾਬੀ ਦੇ ਇਸ ਰਵੱਈਏ ਕਾਰਨ ਆਪਣੇ ਪੇਕੇ ਘਰ ਘੱਟ ਆਉਂਦੀ ਸੀ। ਸ਼ਾਮ ਨੂੰ ਸਿੰਮੀ ਪਰੇਸ਼ਾਨ ਹੋ ਕੇ ਵਾਪਸ ਚਲੀ ਗਈ, ਪਰ ਆਪਣੀ ਭਾਬੀ ਦੀਆਂ ਕਹੀਆਂ ਗੱਲਾਂ ਨੂੰ ਭੁੱਲ ਨਾ ਸਕੀ। ਸਿੰਮੀ ਹੁਣ ਆਪਣੀ ਮਾਂ ਨਾਲ ਹੀ ਫੋਨ ਤੇ ਗੱਲ ਕਰਦੀ ਸੀ। ਉਸ ਦਿਨ ਤੋਂ ਬਾਅਦ ਨੀਤੂ ਭਾਬੀ ਨੇ ਵੀ ਸਿੰਮੀ ਨਾਲ ਕੋਈ ਗੱਲ ਨਹੀਂ ਕੀਤੀ। ਹੁਣ ਅਮਰੋ ਵੀ ਬਹੁਤ ਉਦਾਸ ਰਹਿਣ ਲੱਗੀ। ਕਈ ਮਹੀਨਿਆਂ ਤੋਂ ਉਸ ਦੀ ਨੂੰਹ ਤੇ ਧੀ ਦੀ ਕੋਈ ਗੱਲਬਾਤ ਨਹੀਂ ਹੋਈ ਸੀ। ਫਿਰ ਉਸਨੇ ਆਪਣੇ ਪੁੱਤਰ ਮਲਕੀਤ ਨੂੰ ਸਾਰੀ ਗੱਲ ਦੱਸੀ। ਮਲਕੀਤ ਨੇ ਕਿਹਾ, ਮਾਂ ਸਿੰਮੀ ਨੂੰ ਕੀ ਲੋੜ ਸੀ ਨੀਤੂ ਨੂੰ ਕੁਝ ਕਹਿਣ ਦੀ। ਸਿੰਮੀ ਨੂੰ ਹੁਣ ਆਪਣੇ ਘਰ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਮਾਪਿਆਂ ਦੇ ਘਰ ਆ ਕੇ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਅਮਰੋ ਸਮਝ ਗਈ ਕਿ ਨੀਤੂ ਨੇ ਮਲਕੀਤ ਦੇ ਕੰਨ ਭਰ ਦਿੱਤੇ ਨੇ, ਇਸੇ ਲਈ ਉਹ ਉਸ ਦੀ ਤਰਫਦਾਰੀ ਕਰ ਰਿਹਾ ਸੀ। ਮਲਕੀਤ ਦੀ ਗੱਲ ਸੁਣ ਕੇ ਅਮਰੋ ਨੇ ਕਿਹਾ, ਪੁੱਤਰ ਤੂੰ ਵੀ 2 ਬੱਚਿਆਂ ਦਾ ਬਾਪ ਹੈ, ਤੇਰਾ ਇੱਕ ਪੁੱਤ ਤੇ ਇੱਕ ਧੀ ਹੈ। ਕੱਲ ਨੂੰ ਸੋਚ, ਜੇ ਤੇਰੇ ਦੋਹਾਂ ਬੱਚਿਆਂ ਵਿੱਚ ਕੋਈ ਗਲਤਫਹਿਮੀ ਹੋ ਜਾਵੇ ਤਾਂ ਤੂੰ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ ਜਾਂ ਨਹੀਂ। ਮਲਕੀਤ ਨੇ ਕਿਹਾ, ਹਾਂ ਮਾਂ, ਮੈਂ ਜ਼ਰੂਰ ਕਰਾਂਗਾ। ਪੁੱਤ ਮੈਂ ਵੀ ਉਹੀ ਕਰ ਰਹੀ ਹਾਂ। ਸਿੰਮੀ ਇਸ ਘਰ ਦੀ ਧੀ ਹੈ ਤੇ ਤੇਰੀ ਪਤਨੀ ਨੇ ਉਸ ਨੂੰ ਪੂਰਾ ਭਲਾ ਕਿਹਾ। ਜਿਸ ਤਰ੍ਹਾਂ ਤੇਰੇ ਆਪਣੇ ਪਤਨੀ ਪ੍ਰਤੀ ਕੁਝ ਫਰਜ਼ ਹੈ, ਉਸੇ ਤਰ੍ਹਾਂ ਤੇਰੇ ਭੈਣ ਪ੍ਰਤੀ ਵੀ ਕੁਝ ਫਰਜ਼ ਹੈ। ਮਲਕੀਤ ਨੇ ਭਰਾ ਹੋਣ ਦੇ ਨਾਤੇ ਆਪਣੇ ਫਰਜ਼ ਨੂੰ ਯਾਦ ਕਰਦਿਆਂ ਕਿਹਾ, ਮਾਂ ਮੈਂ ਨੀਤੂ ਨੂੰ ਸਮਝਾਵਾਂਗਾ, ਹੋ ਸਕਿਆ ਤਾਂ ਉਸ ਨੂੰ ਸਿੰਮੀ ਦੀਦੀ ਤੋਂ ਮਾਫੀ ਮੰਗਣ ਲਈ ਕਹਾਂਗਾ। ਅਮਰੋ ਨੇ ਕਿਹਾ, ਪੁੱਤ ਸਿੰਮੀ ਆਪਣੀ ਭਾਬੀ ਤੋਂ ਮਾਫੀ ਨਹੀਂ ਮੰਗਵਾਉਣਾ ਚਾਹੁੰਦੀ। ਉਹ ਤਾਂ ਚਾਹੁੰਦੀ ਹੈ ਕਿ ਉਸ ਦੀ ਭਾਬੀ ਉਸ ਨਾਲ ਪਿਆਰ ਨਾਲ ਗੱਲ ਕਰੇ ਤਾਂ ਜੋ ਉਸ ਦਾ ਪੇਕੇ ਘਰ ਮਾਣ ਸਨਮਾਨ ਬਣਿਆ ਰਹੇ। ਹਰ ਧੀ ਬਸ ਇਹੀ ਚਾਹੁੰਦੀ ਹੈ ਕਿ ਮਾਂ ਦੇ ਘਰ ਉਸ ਦੀ ਇੱਜ਼ਤ ਬਣੀ ਰਹੇ। ਧੀ ਭਾਵੇਂ ਸਹੁਰੇ ਘਰ ਕਿੰਨੀ ਵੀ ਖੁਸ਼ ਕਿਉਂ ਨਾ ਹੋਵੇ, ਉਹ ਆਪਣਾ ਪੇਕਾ ਘਰ ਕਦੇ ਨਹੀਂ ਭੁੱਲਦੀ। ਅੱਜ ਉਹ ਕਿੰਨੀ ਦੁਖੀ ਹੋਵੇਗੀ ਕਿ ਕਿੰਨੇ ਮਹੀਨਿਆਂ ਤੋਂ ਭਰਾ ਤੇ ਭਰਜਾਈ ਨੇ ਉਸ ਨੂੰ ਫੋਨ ਤੱਕ ਨਹੀਂ ਕੀਤਾ। ਮਾਂ ਦੀ ਗੱਲ ਸੁਣ ਕੇ ਨੀਤੂ ਆਪਣੇ ਕਮਰੇ ਤੋਂ ਬਾਹਰ ਆ ਗਈ ਤੇ ਬੋਲੀ, ਮਾਂ ਤੁਸੀਂ ਹੀ ਸਿੰਮੀ ਦੀਦੀ ਨੂੰ ਬਹੁਤ ਸਿਰ ਚੜਾ ਰੱਖਿਆ ਹੈ, ਨਹੀਂ ਤਾਂ ਉਸ ਨੂੰ ਕੀ ਲੋੜ ਸੀ ਸਾਡੇ ਘਰ ਦੇ ਮਾਮਲਿਆਂ ਵਿੱਚ ਬੋਲਣ ਦੀ। ਹੁਣ ਉਸ ਦਾ ਵਿਆਹ ਹੋ ਗਿਆ ਹੈ, ਆਪਣਾ ਘਰ ਦੇਖੇ। ਸਾਡੇ ਨੂੰਹ ਸੱਸ ਦੇ ਰਿਸ਼ਤੇ ਨੂੰ ਵਿਗਾੜਨ ਦਾ ਹੱਕ ਕਿਸ ਨੇ ਦਿੱਤਾ? ਉਸ ਨੂੰ ਮੈਂ ਕੋਈ ਫੋਨ ਨਹੀਂ ਕਰਨਾ, ਕਹਿ ਕੇ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ। 3 ਦਿਨਾਂ ਬਾਅਦ ਨੀਤੂ ਨੇ ਆਪਣੇ ਪੇਕੇ ਜਾਣਾ ਸੀ। ਉਸ ਦੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋਣੀਆਂ ਸੀ। ਅਮਰੋ ਨੂੰ ਸਿੰਮੀ ਦੀ ਬਹੁਤ ਯਾਦ ਆ ਰਹੀ ਸੀ, ਪਰ ਉਹਨੂੰ ਪਤਾ ਸੀ ਕਿ ਜੇਕਰ ਸਿੰਮੀ ਨੂੰ ਇੱਥੇ ਬੁਲਾਇਆ ਤਾਂ ਨੀਤੂ ਗੁੱਸੇ ਹੋ ਜਾਵੇਗੀ, ਇਸ ਲਈ ਉਹ ਚੁੱਪ ਰਹੀ। ਨੀਤੂ ਖੁਸ਼ੀ-ਖੁਸ਼ੀ ਆਪਣੇ ਪੇਕੇ ਚਲੀ ਗਈ ਤੇ ਇੱਕ ਮਾਂ ਦੀਆਂ ਤਰਸਦੀਆਂ ਅੱਖਾਂ ਪਿੱਛੇ ਛੱਡ ਗਈ। ਸਿੰਮੀ ਹਰ ਰੋਜ਼ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਦੀ ਸੀ ਤਾਂ ਜੋ ਉਸ ਦੀ ਮਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਵੇ। 5 ਦਿਨਾਂ ਬਾਅਦ ਨੀਤੂ ਆਪਣੇ ਪੇਕੇ ਘਰੋਂ ਵਾਪਸ ਪਰਤ ਆਈ, ਪਰ ਉਸ ਦਾ ਚਿਹਰਾ ਬਹੁਤ ਉਦਾਸ ਲੱਗ ਰਿਹਾ ਸੀ। ਪਰ ਅਮਰੋ ਨੇ ਨੀਤੂ ਦੇ ਗੁੱਸੇ ਤੋਂ ਡਰਦੀ ਨੇ
ਪੁੱਛਿਆ ਨਹੀਂ। ਫਿਰ ਇੱਕ ਦਿਨ ਅਚਾਨਕ ਸਿੰਮੀ ਆਪਣੇ ਪੇਕੇ ਘਰ ਆਈ ਤਾਂ ਅਮਰੋ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਸਿੰਮੀ ਤੂੰ ਇੱਥੇ ਅਚਾਨਕ ਕਿਵੇਂ? ਸਿੰਮੀ ਨੇ ਕਿਹਾ, ਨੀਤੂ ਭਾਬੀ ਦਾ ਫੋਨ ਆਇਆ ਸੀ ਮਾਂ, ਤੈਨੂੰ ਨਹੀਂ ਪਤਾ? ਫਿਰ ਨੀਤੂ ਨੇ ਖੁਸ਼ੀ ਨਾਲ ਸਿੰਮੀ ਦਾ ਸਵਾਗਤ ਕੀਤਾ ਤੇ ਕਿਹਾ, ਸਿੰਮੀ ਦੀਦੀ ਮੈਨੂੰ ਮਾਫ ਕਰ ਦਿਓ। ਇਸ ਵਾਰ ਜਦੋਂ ਮੈਂ ਆਪਣੇ ਪੇਕੇ ਘਰ ਗਈ ਸੀ, ਮੈਂ ਆਪਣੀ ਮਾਂ ਨੂੰ ਸਾਰਾ ਦਿਨ ਕੰਮ ਕਰਦੀ ਦੇਖਿਆ ਤਾਂ ਮੈਂ ਵੀ ਤੁਹਾਡੇ ਤਰ੍ਹਾਂ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ ਤੇ ਮੇਰੀ ਭਰਜਾਈ ਨੇ ਮੈਨੂੰ ਗਲਤ ਸਮਝਿਆ ਤੇ ਮੇਰੇ ਨਾਲ ਲੜ ਪਈ। ਫਿਰ ਮੈਨੂੰ ਸਮਝ ਆਈ ਕਿ ਇੱਕ ਚੰਗੀ ਨਨਾਣ ਆਪਣੀ ਮਾਂ ਤੇ ਭਰਜਾਈ ਦੇ ਭਲੇ ਬਾਰੇ ਹੀ ਕੁਝ ਕਹਿੰਦੀ ਹੈ ਜਿਸ ਨੂੰ ਭਰਜਾਈ ਗਲਤ ਸਮਝਦੀ ਹੈ। ਮੇਰੇ ਨਾਲ ਵੀ ਉਹੀ ਹੋਇਆ। ਫਿਰ ਮੈਨੂੰ ਤੁਹਾਡੀ ਯਾਦ ਆਈ ਤੇ ਮੈਂ ਫੈਸਲਾ ਕੀਤਾ ਘਰ ਆ ਕੇ ਤੁਹਾਡੇ ਤੋਂ ਮਾਫੀ ਮੰਗਾਂਗੀ। ਸਿੰਮੀ ਨੇ ਕਿਹਾ, ਭਾਬੀ ਤੈਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਹੈ, ਤੈਨੂੰ ਸਮਝ ਆ ਗਈ, ਮੇਰੇ ਲਈ ਇੰਨਾ ਹੀ ਬਹੁਤ ਹੈ। ਦੋਸਤੋ, ਹਰ ਘਰ ਵਿੱਚ ਭਾਬੀ ਤੇ ਨਨਾਣ ਦੇ ਵਿੱਚ ਛੋਟੇ-ਮੋਟੇ ਝਗੜੇ ਹੁੰਦੇ ਰਹਿੰਦੇ ਹਨ, ਪਰ ਬਿਹਤਰ ਹੈ ਕਿ ਤੁਸੀਂ ਸਮੇਂ ਸਿਰ ਆਪਣੀਆਂ ਗਲਤਫਹਿਮੀਆਂ ਦੂਰ ਕਰ ਲਵੋ। ਇਸ ਦੇ ਵਿੱਚ ਹੀ ਸਭ ਦੀ ਭਲਾਈ ਹੈ, ਕਿਉਂਕਿ ਹਰ ਧੀ ਨੂੰ ਆਪਣਾ ਪੇਕਾ ਘਰ ਬਹੁਤ ਪਿਆਰਾ ਹੁੰਦਾ ਹੈ। ਇਸ ਲਈ ਘਰ ਦੀ ਨੂੰਹ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕ ਧੀ ਨੂੰ ਕਦੇ ਵੀ ਉਸ ਦੀ ਵਜ੍ਹਾ ਕਰਕੇ ਪੇਕਾ ਘਰ ਨਾ ਛੱਡਣਾ ਪਵੇ। ਹਰ ਧੀ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਪੇਕੇ ਘਰ ਬਹੁਤ ਜ਼ਿਆਦਾ ਦਖਲਅੰਦਾਜ਼ੀ ਨਾ ਕਰੇ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।